ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਰਾਜਪਾਲਾਂ ਦੀ ਸਿਆਸੀ ਭੂਮਿਕਾ ਬਾਰੇ। ਦੋਸਤੋ ਪਿਛਲੇ ਕੁਝ ਸਮੇਂ ਤੋਂ ਕਿਸੇ ਇੱਕ ਸੂਬੇ ਵਿੱਚ ਹੀ ਨਹੀਂ ਬਲਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਜਿਹੜਾ ਹੈਗਾ ਇੱਕ ਅਜਿਹਾ ਮਾਹੌਲ ਬਣਿਆ ਹੋਇਆ ਜਦੋਂ ਰਾਜਪਾਲ ਤੇ ਸੂਬਾ ਸਰਕਾਰਾਂ ਆਮੋ ਸਾਹਮਣੇ ਖੜੀਆਂ ਦਿਖਾਈ ਦੇ ਰਹੀਆਂ ਨੇ। ਚਾਹੇ ਉਹ ਗੱਲ ਪੰਜਾਬ ਦੀ ਹੋਵੇ, ਕੇਰਲ ਦੀ ਹੋਵੇ, ਤਮਿਲਨਾਡੂ ਦੀ ਹੋਵੇ ਜਾਂ ਹੋਰ ਵੀ ਦੇਸ਼ ਦੇ ਕਈ ਅਜਿਹੇ ਸੂਬੇ ਨੇ ਜਿੱਥੇ ਕਿ ਅਜਿਹੇ ਹਾਲਾਤ ਬਣੇ ਹੋਏ ਨੇ। ਰਾਜਪਾਲਾਂ ਵੱਲੋਂ ਸਮੇਂ-ਸਮੇਂ 'ਤੇ ਸੂਬਾ ਸਰਕਾਰਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸੂਬਾ ਸਰਕਾਰ ਵੱਲੋਂ ਰਾਜਪਾਲ ਦੀਆਂ ਸਾਰੀਆਂ ਗੱਲਾਂ ਦਾ ਵਿਰੋਧ ਕੀਤਾ ਜਾਂਦਾ ਹੈ। ਜਿਹੜਾ ਹੈਗਾ ਭਾਵੇਂ ਇਸ ਨੂੰ ਸੰਵਿਧਾਨਕ ਜਿਹੜੀ ਕਰੀਏ ਤਾਂ ਸੰਵਿਧਾਨ ਦੀਆਂ ਧਾਰਾਵਾਂ ਦਾ ਉਲੰਘਣ ਮੰਨਿਆ ਜਾਂਦਾ, ਸੰਵਿਧਾਨ ਦਾ ਉਲੰਘਣ ਮੰਨਿਆ ਜਾਂਦਾ, ਪਰ ਜੇ ਗੱਲ ਕਰੀਏ ਤਾਂ ਰਾਜਪਾਲਾਂ ਦੀ ਤਾਂ ਰਾਜਪਾਲ ਵੀ ਜਿਹੜਾ ਇਹ ਕੋਈ ਤੱਥਾਂ ਦੇ ਆਧਾਰਿਤ ਜਿਹੜਾ ਹੈ ਸਰਕਾਰਾਂ ਨੂੰ ਨਹੀਂ ਘੇਰ ਰਹੇ, ਉਹ ਕਿਸੇ ਨਾ ਕਿਸੇ ਰਾਜਨੀਤਿਕ ਮਨਸ਼ੇ ਨਾਲ ਸਰਕਾਰਾਂ ਨੂੰ ਨਿਸ਼ਾਨਾ ਬਣਾ ਰਹੇ ਨੇ। ਜਿਵੇਂ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਅੱਜ 11 ਮਹੀਨੇ ਪੂਰੇ ਹੋ ਗਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 11 ਮਹੀਨੇ ਦਾ ਸਮਾਂ ਪੰਜਾਬ 'ਚ ਪੂਰਾ ਹੋ ਗਿਆ। ਅਤੇ ਇਹਨਾਂ 11 ਮਹੀਨਿਆਂ ਦੌਰਾਨ ਜਿਹੜਾ ਹੈਗਾ ਰਾਜਪਾਲ ਵੱਲੋਂ ਕੋਈ ਇੱਕ ਵਾਰ ਨਹੀਂ ਕਈ ਵਾਰ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਚਾਹੇ ਉਹ ਗੱਲ ਕਰੀਏ ਸਰਹੱਦੀ ਖੇਤਰ 'ਚ ਨਸ਼ਿਆਂ ਦਾ ਮਾਮਲਾ ਹੋਵੇ, ਮਾਈਨਿੰਗ ਦਾ ਮਾਮਲਾ ਹੋਵੇ, ਜਾਂ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਦੇ ਚੰਡੀਗੜ੍ਹ ਫੇਰੀ ਸਮੇਂ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਦਾ ਮਾਮਲਾ ਹੋਵੇ, ਜਾਂ ਹੋਰ ਵੱਖ-ਵੱਖ ਜੇ ਗੱਲ ਕਰੀਏ ਤਾਂ ਮਸਲਿਆਂ 'ਤੇ ਲਗਾਤਾਰ ਸਰਕਾਰ ਨੂੰ ਜਿਹੜਾ ਰਾਜਪਾਲ ਘੇਰ ਰਹੇ ਨੇ। ਚਾਹੇ ਉਹ ਵਾਈਸ ਚਾਂਸਲਰ ਦੀ ਨਿਯੁਕਤੀ ਦਾ ਮਸਲਾ ਹੋਵੇ ਜਾਂ ਹੁਣ ਕਹਿ ਦਈਏ ਜਿਹੜੇ ਸਿੰਗਾਪੁਰ 36 ਪ੍ਰਿੰਸੀਪਲ ਗਏ ਨੇ ਉਹਨਾਂ ਦੀ ਸਿਲੈਕਸ਼ਨ ਦਾ ਮੁੱਦਾ ਹੋਵੇ, ਇਹਨਾਂ ਸਾਰੇ ਮਸਲਿਆਂ 'ਤੇ ਰਾਜਪਾਲ ਵੱਲੋਂ ਲਗਾਤਾਰ ਸਰਕਾਰ ਨੂੰ ਘੇਰਿਆ ਜਾ ਰਿਹਾ, ਨਿਸ਼ਾਨੇ 'ਤੇ ਲਿਆ ਜਾ ਰਿਹਾ ਅਤੇ ਸਰਕਾਰ ਦੀ ਜਵਾਬ ਤਲਬੀ ਜਿਹੜਾ ਹੈਗਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਸੂਬਾ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਸਪਸ਼ਟ ਤੌਰ 'ਤੇ ਕਹਿ ਰਹੇ ਨੇ ਵੀ ਕਿ ਉਹ ਜਿਹੜੇ ਨੇ ਉਹ ਰਾਜਪਾਲ ਨੂੰ ਜਵਾਬਦੇਹ ਨਹੀਂ ਹਨ, ਉਹ ਦੇਸ਼ ਦੇ ਸੂਬੇ ਦੇ 3 ਕਰੋੜ ਲੋਕਾਂ ਨੂੰ ਜਵਾਬਦੇਹ ਨੇ। ਇਸੇ ਤਰ੍ਹਾਂ ਦੇ ਹਾਲਾਤ ਕੇਰਲ 'ਚ ਦੇਖਣ ਨੂੰ ਮਿਲੇ, ਇਸੇ ਤਰ੍ਹਾਂ ਦੇ ਹਾਲਾਤ ਤਮਿਲਨਾਡੂ 'ਚ ਦੇਖਣ ਨੂੰ ਮਿਲੇ। ਜਦੋਂ ਤਮਿਲਨਾਡੂ ਦੇ ਵਿੱਚ ਤਾਂ ਸੈਸ਼ਨ ਦੇ ਵਿਚਕਾਰ ਹੀ ਰਾਜਪਾਲ ਜਿਹੜੇ ਨੇ ਉਹ ਆਪਣੀ ਸਪੀਚ ਨੂੰ ਉਹਨਾਂ ਨੇ ਅਧੂਰਾ ਜਿਹੜਾ ਹੈਗਾ ਪੜ੍ਹੇ, ਕਿਉਂਕਿ ਉਦੋਂ ਪੰਜਾਬ ਸਰਕਾਰ ਵੱਲੋਂ ਉੱਥੇ ਤਮਿਲਨਾਡੂ ਦੀ ਜਿਹੜੀ ਸਰਕਾਰ ਵੱਲੋਂ ਜੋ ਲਿਖ ਕੇ ਦਿੱਤਾ ਗਿਆ ਭਾਸ਼ਣ ਸੀਗਾ, ਉਹਨਾਂ ਨੇ ਉਹ ਭਾਸ਼ਣ ਪੂਰਾ ਨਹੀਂ ਪੜ੍ਹਿਆ, ਉਸ 'ਚੋਂ ਇੱਕ ਪੈਰਾ ਜਿਹੜਾ ਹੈਗਾ ਉਹ ਨਹੀਂ ਪੜ੍ਹਿਆ, ਜਿਸ ਦਾ ਵਿਰੋਧ ਵੀ ਹੋਇਆ, ਵੱਡਾ ਵਿਵਾਦ ਵੀ ਹੋਇਆ, ਉਹ ਵੀ ਮਸਲਾ ਜਿਹੜਾ ਹੈਗਾ ਦੇਖਣ ਨੂੰ ਮਿਲਿਆ। ਪਰ ਜੇ ਗੱਲ ਕਰੀਏ ਤਾਂ ਹੁਣ ਜਿਹੜਾ ਹੈਗਾ ਸੁਪਰੀਮ ਕੋਰਟ ਵੱਲੋਂ ਇੱਕ ਟਿੱਪਣੀ ਕੀਤੀ ਗਈ ਹੈ ਚੀਫ ਜਸਟਿਸ ਆਫ ਇੰਡੀਆ ਵੱਲੋਂ, ਭਾਵੇਂ ਉਹ ਟਿੱਪਣੀ ਜਿਹੜੀ ਹੈਗੀ ਹੈ ਬਹੁਤ ਹੀ ਵਿਚਾਰਨਯੋਗ ਹੈ, ਕਿਉਂਕਿ ਚੀਫ ਜਸਟਿਸ ਆਫ ਇੰਡੀਆ ਨੇ ਸਪਸ਼ਟ ਤੌਰ 'ਤੇ ਕਿਹਾ ਵੀ ਕਿ ਰਾਜਪਾਲਾਂ ਕੋਲ ਨੂੰ ਜਿਹੜਾ ਹੈਗਾ ਰਾਜਨੀਤਿਕ ਖੇਤਰ ਦੇ ਵਿੱਚ ਦਖਲ ਅੰਦਾਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਉਹਨਾਂ ਨੂੰ ਇਸ ਤਰ੍ਹਾਂ ਦੀ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ। ਉਹਨਾਂ ਨੇ ਭਾਵੇਂ ਇਹ ਜਿਹੜੀ ਟਿੱਪਣੀ ਹੈ ਉਹ ਇੱਕ ਮਹਾਰਾਸ਼ਟਰ ਦੇ ਕੇਸ ਦੀ ਜਿਹੜਾ ਸੁਣਵਾਈ ਕਰਦਿਆਂ ਜਿਹੜੀ ਹੈਗੀ ਕੀਤੀ ਹੈ, ਕਿਉਂਕਿ ਉੱਥੇ ਸ਼ਿਵ ਸੈਨਾ ਦੀ ਸਰਕਾਰ ਦਾ ਇੱਕ ਵੱਡਾ ਵਿਵਾਦ ਚੱਲ ਰਿਹਾ, ਜਿਸ ਤੋਂ ਬਾਅਦ ਅਦਾਲਤ ਦੇ ਵਿੱਚ ਵੀ ਕੇਸ ਚੱਲ ਰਹੇ ਨੇ ਸਮੇਂ-ਸਮੇਂ 'ਤੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ। ਪਰ ਉਹਨਾਂ ਜਿਹੜਾ ਅਦਾਲਤੀ ਸੁਣਵਾਈ ਕਰਦਿਆਂ ਇਹ ਚੀਫ ਜਸਟਿਸ ਆਫ ਇੰਡੀਆ ਤੋਂ ਇੱਕ ਟਿੱਪਣੀ ਕੀਤੀ ਹੈ ਵੀ ਕਿ ਰਾਜਪਾਲ ਨੂੰ ਰਾਜਨੀਤਿਕ ਖੇਤਰ ਦੇ ਵਿੱਚ ਜਿਹੜਾ ਹੈਗਾ ਦਖਲ ਨਹੀਂ ਦੇਣਾ ਚਾਹੀਦਾ। ਉਹਨਾਂ ਕੋਲ ਜਿਹੜੀ ਹੈਗੀ ਸੂਬਿਆਂ ਦੀ ਦੇਖ ਰੇਖ ਦੀ ਜ਼ਿੰਮੇਵਾਰੀ ਹੈ, ਉਹ ਸੂਬਿਆਂ ਦੇ ਜਿਹੜਾ ਹੈਗਾ ਕੰਮਕਾਰ ਦੇਖਦੇ ਨੇ, ਉਹਨਾਂ ਨੂੰ ਉਹੀ ਦੇਖਣਾ ਚਾਹੀਦਾ। ਇਸ ਦੇ ਨਾਲ ਹੀ ਜਿਹੜਾ ਹੈਗਾ ਜੇ ਗੱਲ ਕਰੀਏ ਤਾਂ ਇਹ ਟਿੱਪਣੀ ਇਕੱਲੀ ਮਹਾਰਾਸ਼ਟਰ 'ਤੇ ਲਾਗੂ ਨਹੀਂ ਹੁੰਦੀ, ਇਸ ਦਾ ਕਿਤੇ ਨਾ ਕਿਤੇ ਅਸਰ ਪੰਜਾਬ 'ਤੇ, ਕੇਰਲ 'ਤੇ, ਤਮਿਲਨਾਡੂ 'ਤੇ ਜਾਂ ਦੇਸ਼ ਦੇ ਹੋਰਨਾਂ ਸੂਬਿਆਂ 'ਚ ਜਿੱਥੇ ਜਿਹੜਾ ਹੈਗਾ ਰਾਜਪਾਲ ਅਤੇ ਸੂਬਾ ਸਰਕਾਰਾਂ ਆਮੋ ਸਾਹਮਣੇ ਖੜੀਆਂ ਦਿਖ ਰਹੀਆਂ ਨੇ, ਉੱਥੇ ਵੀ ਜਿਹੜਾ ਹੈਗਾ ਦੇਖਣ ਨੂੰ ਮਿਲ ਸਕਦਾ ਹੈ। ਇਸ ਦੇ ਜਿਹੜੇ ਕੁਝ ਨਾ ਕੁਝ ਜਿਹੜਾ ਸੇਕ ਹੈ ਉਹਨਾਂ ਸੂਬਿਆਂ 'ਚ ਵੀ ਜਿਹੜਾ ਮੰਨਿਆ ਜਾ ਸਕਦਾ, ਕਿਉਂਕਿ ਜਿਹੜਾ ਹੈਗਾ ਸੁਪਰੀਮ ਕੋਰਟ ਦੇ ਇਹ ਜਿਹੜਾ ਟਿੱਪਣੀ ਕੀਤੀ ਹੈ ਭਾਵੇਂ, ਪਰ ਟਿੱਪਣੀ ਤੋਂ ਕਈ ਨਜ਼ਰੀਆਂ ਨਾਲ ਦੇਖਿਆ ਜਾ ਰਿਹਾ ਅਤੇ ਸੋਚਣ ਵਾਲੀ ਲੋੜ ਹੈ ਹੁਣ ਰਾਜਪਾਲ ਕੀ ਕਰਨਗੇ। ਪਰ ਜੇ ਗੱਲ ਕਰੀਏ ਰਾਜਪਾਲ ਦੇ ਅਹੁਦੇ ਦੀ, ਰਾਜਪਾਲ ਦੀ ਮਰਿਆਦਾ ਦੀ, ਤਾਂ ਸਾਡੇ ਕੋਲ ਜਿਹੜਾ ਹੈਗਾ ਸੰਵਿਧਾਨ ਦੇ ਵਿੱਚ ਰਾਜਪਾਲ ਨੂੰ ਇੱਕ ਅਹਿਮ ਸਥਾਨ ਜਿਹੜਾ ਹੈਗਾ ਦਿੱਤਾ ਗਿਆ, ਅਹਿਮ ਅਹੁਦਾ ਦਿੱਤਾ ਗਿਆ। ਪਰ ਜੇ ਗੱਲ ਕਰੀਏ ਰਾਜਪਾਲ ਦੇ ਕੰਮਕਾਜ ਦੀ ਤਾਂ ਸੰਵਿਧਾਨ ਦੇ ਵਿੱਚ ਇਹ ਸਪਸ਼ਟ ਤੌਰ 'ਤੇ ਦਰਜ ਹੈ ਵੀ ਕਿ ਰਾਜਪਾਲ ਜਿਹੜੇ ਨੇ ਉਹ CM ਦੀ ਸਲਾਹ ਨਾਲ ਕੰਮ ਕਰਨਗੇ, CM ਦੇ ਕਹੇ ਨੂੰ ਜਿਹੜਾ ਹੈਗਾ ਉਸ 'ਤੇ ਵਿਚਾਰ ਕਰਨਗੇ, ਅਤੇ ਜਿਹੜਾ ਹੈਗਾ ਜੇ CM ਜਾਂ ਪੰਜਾਬ ਸਰਕਾਰ ਜਾਂ ਕਿਸੇ ਸੂਬੇ ਦੀ ਸਰਕਾਰ ਦਾ ਕੋਈ ਫੈਸਲਾ ਗਲਤ ਹੈ ਤਾਂ ਉਸ 'ਤੇ ਕਿੰਤੂ ਪਰੰਤੂ ਜ਼ਰੂਰ ਕਰ ਸਕਦੇ ਨੇ,
ਪਰ ਇਸ ਤਰ੍ਹਾਂ ਨਹੀਂ ਹੈ ਵੀ ਕਿ ਉਹ ਹਰ ਫੈਸਲੇ ਤੇ ਕਿੰਤੂ ਪਰੰਤੂ ਕਰਨ, ਕਿਉਂਕਿ ਜੇ ਗੱਲ ਕਰੀਏ ਤਾਂ ਜਿਹੜੇ ਮੁੱਖ ਮੰਤਰੀ ਦੀ ਸਲਾਹ ਨਾਲ ਕੰਮ ਕਰਨ ਦਾ ਸੰਵਿਧਾਨ 'ਚ ਜ਼ਿਕਰ ਕੀਤਾ ਗਿਆ ਹੈ, ਉਹ ਮੁੱਖ ਮੰਤਰੀ ਸੂਬੇ ਵੱਲੋਂ ਇੱਕ ਚੋਣਾਂ ਰਾਹੀਂ ਇਲੈਕਟਿਡ ਹੁੰਦੇ ਨੇ, ਚੋਣਾਂ ਰਾਹੀਂ ਚੁਣ ਕੇ ਆਏ ਹੁੰਦੇ ਨੇ, ਸੂਬੇ ਦੇ ਵੱਡੀ ਗਿਣਤੀ 'ਚ ਲੋਕ ਉਹਨਾਂ ਨੂੰ ਚੁਣ ਕੇ ਭੇਜਦੇ ਨੇ। ਤਾਂ ਇਸ ਲਈ ਜਿਹੜਾ ਹੈਗਾ ਸੂਬੇ ਦਾ ਕੰਮਕਾਜ ਜਿਹੜਾ ਦੇਖਣਾ ਉਹ ਸਾਰਾ ਮੁੱਖ ਮੰਤਰੀ ਨੇ ਦੇਖਣਾ ਹੁੰਦਾ। ਸੂਬੇ ਦੇ ਅਸਲ 'ਚ ਜਿਹੜੇ ਅਗਵਾਈ ਉਹ ਮੁੱਖ ਮੰਤਰੀ ਕਰਦੇ ਨੇ। ਪਰ ਜੇ ਗੱਲ ਕਰੀਏ ਤਾਂ ਰਾਜਪਾਲ ਇਹਨਾਂ ਸਾਰੇ ਕੰਮਾਂ ਦੀ ਦੇਖ ਰੇਖ ਕਰਦੇ ਨੇ। ਕੇਂਦਰ ਨਾਲ ਕੋਈ ਕੰਮ ਹੁੰਦੇ ਨੇ ਜਿਹੜੇ ਹੈਗੇ ਉਹਨਾਂ ਨੂੰ ਕਰਵਾਉਣ 'ਚ ਰਾਜਪਾਲ ਸਹਿਯੋਗ ਕਰਦੇ ਨੇ। ਇਹ ਰਾਜਪਾਲ ਦੀ ਭੂਮਿਕਾ ਰਹਿੰਦੀ ਹੈ। ਪਰ ਜੇ ਗੱਲ ਕਰੀਏ ਇਸ ਦੇ ਨਾਲ ਹੀ ਰਾਜਪਾਲ ਦੀ ਹੋਰ ਭੂਮਿਕਾ ਦੀ, ਤਾਂ ਰਾਜਪਾਲ ਦੀ ਭੂਮਿਕਾ ਉਦੋਂ ਬਹੁਤ ਹੀ ਜਿਹੜੀ ਹੈਗੀ ਹੈ ਵਿਚਾਰਨਯੋਗ ਹੋ ਜਾਂਦੀ ਹੈ ਜਾਂ ਬਹੁਤ ਅਹਿਮ ਹੋ ਜਾਂਦੀ ਹੈ ਜਦੋਂ ਸੂਬੇ ਦੇ ਮੁੱਖ ਮੰਤਰੀ ਕੋਲ ਬਹੁਮਤ, ਵਿਧਾਨ ਸਭਾ 'ਚ ਬਹੁਮਤ ਨਾ ਹੋਵੇ ਅਤੇ ਸਰਕਾਰ ਜਿਹੜੀ ਹੈਗੀ ਹੈ ਕੋਈ ਨਾ ਹੋਵੇ। ਇਹਨਾਂ ਹਾਲਾਤਾਂ 'ਚ ਰਾਜਪਾਲ ਜਿਹੜੇ ਨੇ ਉਹ ਬਹੁਤ ਇੱਕ ਅਹਿਮ ਅਹੁਦਾ ਮੰਨਿਆ ਜਾਂਦਾ, ਕਿਉਂਕਿ ਫਿਰ ਉਸ ਸਮੇਂ ਦਾ ਜਿਹੜਾ ਕੰਮਕਾਜ ਹੈ ਜਾਂ ਜੋ ਵੀ ਸੂਬੇ ਦੀ ਪ੍ਰਸ਼ਾਸਨਿਕ ਫੈਸਲੇ ਹੁੰਦੇ ਆ ਉਹ ਰਾਜਪਾਲ ਵੱਲੋਂ ਲਏ ਜਾਂਦੇ ਨੇ। ਪਰ ਜਦੋਂ ਤੱਕ ਇੱਕ ਸੂਬੇ ਦੇ ਮੁੱਖ ਮੰਤਰੀ ਕੋਲ ਜਿਹੜਾ ਹੈਗਾ ਆਪਣਾ ਬਹੁਮਤ ਹੈਗਾ ਵਿਧਾਨ ਸਭਾ ਦੇ ਵਿੱਚ, ਉਹ ਸਰਕਾਰ ਦੇ ਵਿੱਚ ਕਾਬਜ਼ ਨੇ, ਉਦੋਂ ਤੱਕ ਜਿਹੜਾ ਹੈਗਾ ਸਾਰੇ ਕੰਮਕਾਜ ਜਾਂ ਫੈਸਲਿਆਂ ਦੀ ਜ਼ਿੰਮੇਵਾਰੀ ਉਸ ਸੂਬੇ ਦੇ ਮੁੱਖ ਮੰਤਰੀ ਦੀ ਹੁੰਦੀ ਆ, ਉੱਥੇ ਦੀ ਹੁੰਦੀ, ਸਾਰੇ ਸਿਸਟਮ ਦੀ ਹੁੰਦੀ ਹੈ। ਤਾਂ ਇਹਨਾਂ ਹਾਲਾਤਾਂ 'ਚ ਜਿਹੜਾ ਹੈਗਾ ਰਾਜਪਾਲ ਵੱਲੋਂ ਜੇ ਕੋਈ ਦਖਲ ਦਿੱਤਾ ਜਾਂਦਾ ਤਾਂ ਉਹ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਜਾਂ ਕਈ ਤਰ੍ਹਾਂ ਦੀ ਹੋਰ ਚੀਜ਼ਾਂ ਜਿਹੜਾ ਹੈਗਾ ਖੜੀਆਂ ਕਰਦਾ, ਕਿਉਂਕਿ ਜਦੋਂ ਮੁੱਖ ਮੰਤਰੀ ਕੋਲ ਬਹੁਮਤ ਹੈਗਾ, ਉਹ ਉਹਨਾਂ ਨੇ ਸਪਸ਼ਟ ਤੌਰ 'ਤੇ ਸਰਕਾਰ ਬਣਾਈ ਹੋਈ ਹੈ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਰਾਜਪਾਲ ਨੂੰ ਕੋਈ ਵੀ ਦਖਲ ਦੇਣ ਦੀ ਲੋੜ ਨਹੀਂ ਹੁੰਦੀ, ਕੁਝ ਨਹੀਂ ਕਰਨਾ ਹੁੰਦਾ। ਪਰ ਜੇ ਗੱਲ ਕਰੀਏ ਜਿਵੇਂ ਕਿ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ, ਕੋਈ ਸੂਬੇ ਦੀਆਂ ਸਰਕਾਰਾਂ ਸਹੀ ਕੰਮ ਨਾ ਕਰ ਰਹੀਆਂ ਹੁਣ, ਉੱਥੇ ਅਮਨ ਅਤੇ ਕਾਨੂੰਨ ਦੀ ਸਥਿਤੀ ਨਾ ਹੋ ਜਿਹੜੀ ਹੈਗੀ ਸਹੀ ਢੰਗ ਨਾਲ ਨਾ ਚੱਲ ਰਹੀ ਹੈ, ਜਾਂ ਹੋਰ ਕੋਈ ਵਿਸ਼ੇਸ਼ ਅਜਿਹੇ ਹਾਲਾਤ ਬਣੇ ਹੋਣ ਜਿਸ ਦਾ ਅਸਰ ਜਿਹੜਾ ਹੈ ਸੂਬੇ ਦੇ ਲੋਕਾਂ 'ਤੇ ਜਾਂ ਦੇਸ਼ ਦੇ ਹੋਰਨਾਂ ਸੂਬਿਆਂ 'ਤੇ ਮਾੜਾ ਪੈਂਦਾ ਹੋਵੇ, ਤਾਂ ਉਹਨਾਂ ਹਾਲਾਤਾਂ ਦੇ ਵਿੱਚ ਰਾਜਪਾਲ ਦੀ ਭੂਮਿਕਾ ਬਹੁਤ ਹੀ ਅਹਿਮ ਹੋ ਜਾਂਦੀ ਹੈ। ਰਾਜਪਾਲ ਜਿਹੜਾ ਹੈਗਾ ਉਸ ਸਮੇਂ ਜਿਹੜਾ ਹੈਗਾ ਕੋਈ ਨਾ ਕੋਈ ਦਖਲ ਦੇ ਕੇ ਇੱਕ ਵੱਡੇ ਫੈਸਲੇ ਲੈ ਸਕਦਾ ਹੈ, ਕੁਝ ਵੀ ਕਰ ਸਕਦਾ। ਪਰ ਜੇ ਗੱਲ ਕਰੀਏ ਤਾਂ ਜਦੋਂ ਮੁੱਖ ਮੰਤਰੀ ਕਾਬਜ਼ ਨੇ, ਸਾਰਾ ਕੁਝ ਹੁੰਦਾ ਹੈ, ਤਾਂ ਉਸ ਦੇ ਬਾਵਜੂਦ ਦਖਲ ਦੇਣ ਦੀ ਕੋਈ ਲੋੜ ਨਹੀਂ ਹੁੰਦੀ। ਪਰ ਜਿਵੇਂ ਕਿ ਆਪਾਂ ਗੱਲ ਕਰੀਏ ਪਿਛਲੇ ਸਮੇਂ 'ਚ ਪੰਜਾਬ, ਕੇਰਲ, ਤਮਿਲਨਾਡੂ ਵੀ ਇਹਨਾਂ ਸੂਬਿਆਂ ਦੇ ਵਿੱਚ ਰਾਜਪਾਲ ਅਤੇ ਸੂਬਾ ਸਰਕਾਰਾਂ ਆਮੋ ਸਾਹਮਣੇ ਖੜੀਆਂ ਦਿਖਾਈ ਦੇ ਰਹੀਆਂ। ਪਰ ਜੇ ਇਹਨਾਂ ਹਾਲਾਤਾਂ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਮੰਦਭਾਗੇ ਹਾਲਾਤ ਨੇ, ਇਹੋ ਜਿਹਾ ਨਹੀਂ ਹੋਣਾ ਚਾਹੀਦਾ। ਅਤੇ ਇਹੋ ਜਿਹੇ ਇਸ ਤਰ੍ਹਾਂ ਦਾ ਹੀ ਸੇਮ ਸਿਸਟਮ ਜਿਹੜਾ ਹੁੰਦਾ ਲੋਕ ਸਭਾ 'ਚ ਵੀ ਦੇਖਣ ਨੂੰ ਮਿਲਦਾ, ਕਿਉਂਕਿ ਲੋਕ ਸਭਾ 'ਚ ਵੀ ਜਦੋਂ ਤੱਕ ਕੋਈ ਇੱਕ ਪ੍ਰਧਾਨ ਮੰਤਰੀ ਕੋਲ ਸਪਸ਼ਟ ਬਹੁਮਤ ਹੋਵੇ, ਉਹ ਸਪਸ਼ਟ ਤੌਰ 'ਤੇ ਕਾਬਜ਼ ਹੋਵੇ, ਤਾਂ ਉਦੋਂ ਤੱਕ ਜਿਹੜਾ ਹੈਗਾ ਉੱਪਰ ਜਿਹੜਾ ਹੈਗਾ ਰਾਸ਼ਟਰਪਤੀ ਕੋਲ ਕੋਈ ਮਤਲਬ ਉਹ ਦਖਲ ਅੰਦਾਜ਼ੀ ਨਹੀਂ ਇੰਨੀ ਕਰਦੇ, ਕਿਉਂਕਿ ਪ੍ਰਧਾਨ ਮੰਤਰੀ ਨੇ ਸਾਰੇ ਫੈਸਲੇ ਲੈਣੇ ਹੁੰਦੇ ਆ, ਕੰਮਕਾਜ ਕਰਨਾ ਹੁੰਦਾ, ਅਤੇ ਉਹੀ ਜਿਹੜਾ ਸਿਸਟਮ ਹੈ ਉਹ ਸੂਬਿਆਂ 'ਤੇ ਲਾਗੂ ਹੁੰਦਾ। ਅਤੇ ਰਾਜਪਾਲਾਂ ਨੂੰ ਵੀ ਜਿਹੜਾ ਹੈਗਾ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਪਰ ਪਿਛਲੇ ਸਮੇਂ 'ਚ ਜੋ ਵੀ ਕੁਝ ਹੁੰਦਾ ਆ ਰਿਹਾ ਪੰਜਾਬ ਦੇ ਵਿੱਚ, ਜਿਵੇਂ ਕਿ ਆਪਾਂ ਅਕਸਰ ਗੱਲ ਕਰਦੇ ਆਏ ਹਾਂ, ਪਹਿਲਾਂ ਵੀ ਕਰੀਆਂ ਵੀ ਕਿ ਸੂਬਾ ਸਰਕਾਰ ਅਤੇ ਜਿਹੜਾ ਹੈਗਾ ਰਾਜਪਾਲ ਆਮੋ ਸਾਹਮਣੇ ਖੜੇ ਦਿਖਾਈ ਦਿੰਦੇ ਨੇ। ਭਾਵੇਂ ਰਾਜਨੀਤਿਕ ਮਾਹਰ ਕਹਿ ਲਈਏ, ਜਾਂ ਸਪਸ਼ਟ ਤੌਰ 'ਤੇ ਦੇਖਣ ਨੂੰ ਮਿਲਦਾ ਹੈ ਵੀ ਕਿ ਰਾਜਪਾਲ ਦੀ ਨਿਯੁਕਤੀ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਹੈ, ਜੋ ਕਿ ਕੇਂਦਰ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਉਹ ਕਾਬਜ਼ ਹੈ। ਅਤੇ ਦੂਜੇ ਪਾਸੇ ਜੇ ਦੇਖੀਏ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿਸ ਨੂੰ ਕਿ 11 ਮਹੀਨੇ ਦਾ ਸਮਾਂ ਅੱਜ ਪੂਰਾ ਹੋਇਆ। ਤਾਂ ਇਸ ਕਰਕੇ ਵੀ ਹੋ ਸਕਦਾ ਵੀ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਇਹੋ ਜਿਹੇ ਹਾਲਾਤ ਬਣਾ ਰਹੀ ਹੋਵੇ ਜਿਸ ਨਾਲ ਸਰਕਾਰ ਦੀ ਜਿਹੜੀ ਆਪਣੇ ਉਹਨਾਂ ਦਾ ਅਕਸ ਹੈ ਉਹ ਖਰਾਬ ਹੋਵੇ। ਕਿਉਂਕਿ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਦਿੱਲੀ ਦੇ ਵਿੱਚ ਵੀ LG ਦਾ ਜਿਹੜਾ ਹੈਗਾ ਰਾਜ ਚੱਲ ਰਿਹਾ। LG ਜਿਹੜਾ ਹੈਗਾ ਮੁੱਖ ਤੌਰ 'ਤੇ ਕੰਮਕਾਜ ਦੇਖਦਾ, ਪਰ ਉੱਥੇ ਵੀ LG ਤੇ ਦਿੱਲੀ ਦੀ ਸਰਕਾਰ ਆਮੋ ਸਾਹਮਣੇ ਜਿਹੜਾ ਅਕਸਰ ਖੜੀ ਹੋਈ ਦਿਖਾਈ ਦਿੰਦੀ ਹੈ, ਹਰ ਫੈਸਲੇ 'ਤੇ ਆਮੋ ਸਾਹਮਣੇ ਹੁੰਦੀ ਹੈ। ਅਤੇ ਇਸ ਲਈ ਲੋੜ ਇਹੀ ਹੈ ਵੀ ਕਿ ਰਾਜਪਾਲ ਨੂੰ ਚਾਹੀਦਾ ਹੈ ਵੀ ਕਿ ਉਹ ਸੂਬੇ ਦੇ ਲੋਕਾਂ ਵੱਲੋਂ ਚੁਣ ਕੇ ਜਿਹੜੇ ਮੁੱਖ ਮੰਤਰੀ ਬਣਾਏ ਹੁੰਦੇ ਨੇ ਉਹਨਾਂ ਨਾਲ ਰਲ ਮਿਲ ਕੇ ਕੰਮ ਕਰਨ, ਉਹਨਾਂ ਦੇ ਜਿਹੜੇ ਲਏ ਗਏ ਫੈਸਲਿਆਂ ਬਾਰੇ ਵਿਚਾਰ ਕਰਨ, ਤਾਂ ਜੋ ਸੂਬੇ ਦਾ ਵਿਕਾਸ ਹੋ ਸਕੇ। ਜੇ ਹੋ ਸਕਦਾ ਵੀ ਕਿ ਕੋਈ ਅਜਿਹੇ ਫੈਸਲੇ ਹੋਣ ਜਿਹੜੇ ਕਿ ਸੂਬਾ ਸਰਕਾਰ ਗਲਤ ਲੈ ਰਹੀ ਹੈ ਜਾਂ ਉਸ ਨਾਲ ਕੋਈ ਸੂਬੇ ਨੂੰ ਨੁਕਸਾਨ ਹੋ ਸਕਦਾ ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ, ਉਹਨਾਂ ਨੂੰ ਜ਼ਰੂਰ ਰਾਜਪਾਲ ਜਿਹੜਾ ਮੁੜ ਵਿਚਾਰ ਕਰਨ ਲਈ ਮੁੱਖ ਮੰਤਰੀ ਕੋਲ ਭੇਜ ਸਕਦੇ ਨੇ। ਜਾਂ ਇਸ ਤਰ੍ਹਾਂ ਦੇ ਕੋਈ ਫੈਸਲੇ ਜੋ ਸੂਬਾ ਸਰਕਾਰ ਵੱਲੋਂ ਲਏ ਗਏ ਹੁਣ, ਜਿਸ ਨਾਲ ਕੇਂਦਰ ਦੇ ਜਿਹੜੇ ਰੂਲਸ ਹੈ ਜਾਂ ਨਿਯਮ ਹੈ ਉਹਨਾਂ 'ਚ ਕੋਈ ਦਖਲ ਅੰਦਾਜ਼ੀ ਹੁੰਦੀ ਹੋਵੇ, ਇਹਨਾਂ ਨੂੰ ਜਿਹੜਾ ਹੈਗਾ ਰਾਜਪਾਲ ਕੇਂਦਰ ਸਰਕਾਰ ਕੋਲ ਵਿਚਾਰਨ ਲਈ ਭੇਜ ਸਕਦਾ। ਇਹਨਾਂ ਸਾਰੇ ਕੰਮਾਂ ਨੂੰ ਜਿਹੜਾ ਹੈਗਾ ਧਿਆਨ 'ਚ ਰੱਖਣਾ ਚਾਹੀਦਾ। ਅਤੇ ਲੋੜ ਇਹੀ ਹੈ
ਜਿਹੜਾ ਇਹ ਰਾਜਪਾਲਾਂ ਤੇ ਮੁੱਖ ਮੰਤਰੀਆਂ ਵਿਚਕਾਰ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਵਿਵਾਦ ਚੱਲ ਰਹੇ ਨੇ, ਇਹ ਵਿਵਾਦ ਖਤਮ ਹੋਣ ਤਾਂ ਜੋ ਸੂਬੇ ਦੇ ਲੋਕਾਂ ਦਾ ਵਿਕਾਸ ਹੋ ਸਕੇ, ਸੂਬੇ ਦੀ ਤਰੱਕੀ ਹੋ ਸਕੇ ਤੇ ਜਿਹੜਾ ਇਹ ਟਕਰਾਅ ਕਰਕੇ ਜਿਹੜਾ ਆਪਸੀ ਇੱਕ ਰਾਜਨੀਤਿਕ ਮਾਹੌਲ ਬਣਦੇ ਨੇ ਉਹ ਨਾ ਬਣਨ। ਜਦੋਂ ਕਿ ਲੋੜ ਇਹੀ ਹੈ ਵੀ ਕਿ ਰਾਜਪਾਲ ਤੇ ਸੂਬਾ ਸਰਕਾਰਾਂ ਆਪਸੀ ਤਾਲਮੇਲ ਨਾਲ ਲੋਕਾਂ ਦੇ ਹਿੱਤ 'ਚ, ਲੋਕਾਂ ਦੇ ਪੱਖ 'ਚ ਫੈਸਲੇ ਲੈਣ ਤਾਂ ਜੋ ਸੂਬੇ ਦਾ ਜਾਂ ਸੂਬੇ ਦੇ ਵਿੱਚ ਜਿਹੜੀ ਵੱਡੀ ਗਿਣਤੀ ਲੋਕ ਰਹਿੰਦੇ ਨੇ, ਜਿਵੇਂ ਪੰਜਾਬ 'ਚ 3 ਕਰੋੜ ਲੋਕਾਂ ਦੀ ਆਬਾਦੀ ਹੈ, ਉਹਨਾਂ 3 ਕਰੋੜ ਲੋਕਾਂ ਦਾ ਵਿਕਾਸ ਹੋ ਸਕੇ। ਜੇ ਬੁਨਿਆਦੀ ਸਹੂਲਤਾਂ ਦੀ ਗੱਲ ਕਰੀਏ, ਚਾਹੇ ਉਹ ਸਿਹਤ ਦੀਆਂ ਹੋਣ, ਸਿੱਖਿਆ ਹੋਵੇ, ਰੁਜ਼ਗਾਰ ਹੋਵੇ, ਇਹਨਾਂ ਸਾਰੇ ਮਸਲਿਆਂ ਨੂੰ ਵੀ ਜਿਹੜਾ ਹੱਲ ਕੀਤਾ ਜਾ ਸਕੇ। ਕਿਸਾਨੀ ਹੋਵੇ, ਜਿਹੜਾ ਹੈਗਾ ਸਨਅਤ ਹੋਵੇ, ਇਹਨਾਂ ਲਈ ਵੀ ਕੋਈ ਫੈਸਲੇ ਲਏ ਜਾਣ। ਇਹ ਤਦ ਹੀ ਹੋ ਸਕਦਾ ਹੈ ਜੇ ਮੁੱਖ ਮੰਤਰੀ ਤੇ ਰਾਜਪਾਲ ਆਪਸ 'ਚ ਮਿਲ ਕੇ ਕੰਮ ਕਰਨਗੇ, ਸਹਿਮਤੀ ਨਾਲ ਕੰਮ ਕਰਨਗੇ, ਨਰਮੀ ਨਾਲ ਕੰਮ ਕਰਨਗੇ। ਇਹ ਤਾਂ ਹੀ ਮੁਮਕਿਨ ਹੈ। ਇਸ ਲਈ ਲੋੜ ਹੈ ਸੂਬਾ ਸਰਕਾਰਾਂ ਨੂੰ ਵੀ ਤੇ ਰਾਜਪਾਲ ਨੂੰ ਵੀ ਕਿ ਉਹ ਆਪਸੀ ਗੱਲਬਾਤ ਨਾਲ ਇਹਨਾਂ ਮਸਲਿਆਂ ਨੂੰ ਸੁਲਝਾਉਣ ਤੇ ਭਵਿੱਖ 'ਚ ਆਪਣੇ ਜਿਹੜੇ ਨਿੱਜੀ ਹਿੱਤਾਂ ਨੂੰ ਸਾਈਡ ਤੇ ਰੱਖ ਕੇ ਜਿਹੜਾ ਹੈਗਾ ਸੂਬੇ ਦੇ ਲੋਕਾਂ ਦੇ ਹਿੱਤ 'ਚ ਫੈਸਲੇ ਲੈਣ ਤਾਂ ਜੋ ਸੂਬੇ ਦਾ ਵਿਕਾਸ ਹੋ ਸਕੇ। ਦੋਸਤੋ, ਪੰਜਾਬੀ ਟ੍ਰਿਬਿਊਨ ਵੱਲੋਂ ਅਕਸਰ ਹੀ ਤੁਹਾਡੇ ਤੱਕ ਜਨਤਕ ਮੁੱਦਿਆਂ ਨੂੰ, ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਅੱਗੇ ਰੱਖਿਆ ਜਾਂਦਾ ਹੈ, ਉਭਾਰਿਆ ਜਾਂਦਾ ਹੈ। ਇਸ ਲਈ ਸਾਡੇ ਨਾਲ ਇਹੋ ਜਿਹੇ ਮਸਲਿਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ, ਜੁੜਨ ਲਈ ਸਾਡਾ ਫੇਸਬੁੱਕ ਪੇਜ ਲਾਈਕ ਕਰੋ, ਸਬਸਕ੍ਰਾਈਬ ਕਰੋ। ਇਸੇ ਤਰ੍ਹਾਂ ਸਾਡਾ YouTube ਚੈਨਲ ਵੀ ਪੰਜਾਬੀ ਟ੍ਰਿਬਿਊਨ ਦਾ, ਉਸ ਨੂੰ ਸਬਸਕ੍ਰਾਈਬ ਕਰੋ ਤੇ ਇਸ ਦੇ ਨਾਲ ਹੀ ਜਿਹੜਾ ਹੈਗਾ ਬੈਲ ਬਟਨ ਜ਼ਰੂਰ ਦਬਿਓ ਤਾਂ ਜੋ ਸਾਡੀ ਜਿਹੜੀ ਨੋਟੀਫਿਕੇਸ਼ਨਸ ਹੈ ਉਹ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਸਾਡੇ ਇਸ ਤਰ੍ਹਾਂ ਦੇ ਜਨਤਕ ਮਸਲਿਆਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰੋ ਤੇ ਆਪਣੇ ਯਾਰਾਂ ਦੋਸਤਾਂ 'ਚ ਵੀ ਸ਼ੇਅਰ ਕਰੋ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ 'ਤੇ ਫਿਰ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।